ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੀਮਿਤ ਅਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਮੋਦੀ ਸਰਕਾਰ ਵੱਲੋਂ ਆਖਰੀ ਬਜਟ ਕੀਤਾ ਗਿਆ ਪੇਸ਼, ਕਿਸਾਨਾਂ ਨੂੰ ਭਰਮਾਉਣ ਦੀ ਕੀਤੀ ਗਈ ਕੋਸ਼ਿਸ਼। ਬਹਿਬਲ ਕਲਾਂ ਗੋਲੀकांड 'ਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਤੇ ਬਹਿਸ ਮੁਕੰਮਲ, ਫੈਸਲਾ ਰੱਖਿਆ ਗਿਆ ਸੁਰੱਖਿਅਤ। ਕਿਸਾਨਾਂ ਦੀ ਕਰਜ਼ ਮਾਫੀ ਤੇ ਪੰਜਾਬ ਸਰਕਾਰ ਨੇ ਰੱਖੀ ਅਜੀਬ ਸ਼ਰਤ। ਸਿਟੀ ਸੈਂਟਰ ਘੁਟਾਲੇ ਮਾਮਲੇ 'ਚ ਵੱਡਾ ਖੁਲਾਸਾ, ਨਵਜੋਤ ਸਿੰਘ ਸਿੱਧੂ ਦੇ ਵਿਭਾਗ ਦੀਆਂ ਰਿਪੋਰਟਾਂ ਨੇ ਅਦਾਲਤ 'ਚ ਕੈਪਟਨ ਨੂੰ ਠਹਿਰਾਇਆ ਦੋਸ਼ੀ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਮੋਦੀ ਸਰਕਾਰ ਦਾ ਆਖਰੀ ਬਜਟ ਪੀਯੂਸ਼ ਗੋਇਲ ਵੱਲੋਂ ਪੇਸ਼ ਕੀਤਾ ਗਿਆ, ਜਿੱਥੇ ਇੱਕ ਪਾਸੇ ਦੇਸ਼ ਦੇ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਹੀ ਮਜ਼ਦੂਰਾਂ ਤੇ ਮਹਿਲਾਵਾਂ ਲਈ ਕਈ ਵੱਡੇ ਐਲਾਨ ਕੀਤੇ ਗਏ। ਉੱਥੇ ਹੀ ਮੋਦੀ ਸਰਕਾਰ ਦੇ ਆਖਰੀ ਬਜਟ 'ਚ ਇਨਕਮ ਟੈਕਸ ਵਿੱਚ ਭਾਰੀ ਛੂਟ ਦਿੱਤੀ ਗਈ। ਕੇਂਦਰ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ। ਮੋਦੀ ਸਰਕਾਰ ਵੱਲੋਂ ਅੰਤਿਮ ਬਜਟ ਵਿੱਚ 5 ਏਕੜ ਵਾਲੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਗਿਆ। ਇਹ ਰਕਮ 3 ਕਿਸ਼ਤਾਂ ਵਿੱਚ ਮਿਲੇਗੀ, ਮਤਲਬ ਕਿ ਕਿਸਾਨਾਂ ਨੂੰ 500 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ। ਇਹ ਰਕਮ ਸਿੱਧਾ ਖਾਤਿਆਂ ਵਿੱਚ ਆਏਗੀ। ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ 75000 ਕਰੋੜ ਰੁਪਏ ਰੱਖੇ ਗਏ ਨੇ। ਇਹ ਦੇਸ਼ ਦੇ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਹੈ ਜਾਂ ਰਾਹਤ ਦਿੱਤੀ ਗਈ ਹੈ, ਇਹ ਤਾਂ ਤੁਸੀਂ ਖੁਦ ਸਮਝ ਸਕਦੇ ਹੋ। पीएम किसान नाम की एक ऐतिहासिक योजना इस सरकार ने मंजूरी की है। पीएम किसान इस योजना के तहत जो वल्नरेबल किसान हैं, जो छोटी ज़मीन रखते हैं, 2 हेक्टेयर तक की जिनकी ज़मीन है, 2 हेक्टेयर तक की ज़मीन को, उन सभी को सीधा उनके इनकम में सपोर्ट, डायरेक्ट इनकम सपोर्ट 6000 रुपए प्रति वर्ष के हिसाब से देने का निर्णय सरकार ने किया है। ਮੋਦੀ ਦੇ ਬਜਟ 'ਚ ਮਜ਼ਦੂਰਾਂ ਤੇ ਮਹਿਲਾਵਾਂ ਲਈ ਵੱਡੇ ਐਲਾਨ ਕੀਤੇ ਗਏ। ਬਜਟ 'ਚ ਮੰਤਰੀ ਪੀਯੂਸ਼ ਗੋਇਲ ਨੇ ਕਾਮਿਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਕਾਰਜਕਾਲ ਦੌਰਾਨ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਦੀ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ। ਨਾਲ ਹੀ 21000 ਰੁਪਏ ਤੱਕ ਆਮਦਨ ਕਰਨ ਵਾਲੇ ਕਾਮਿਆਂ ਦਾ ਬੋਨਸ 3500 ਰੁਪਏ ਤੋਂ ਦੁੱਗਣਾ ਕਰਕੇ 7000 ਰੁਪਏ ਕਰ ਦਿੱਤਾ ਗਿਆ। ਉੱਥੇ ਹੀ ਔਰਤਾਂ ਦੇ ਵਿਕਾਸ ਦੇ ਲਈ ਵੱਡੇ ਐਲਾਨ ਕੀਤੇ ਗਏ। ਹੁਣ ਤੱਕ 6 ਕਰੋੜ ਗੈਸ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ, ਜਿਸ ਨੂੰ ਵਧਾ ਕੇ 8 ਕਰੋੜ ਦਾ ਟੀਚਾ ਮਿਥਿਆ ਗਿਆ। 52 crore workers in the unorganized sector, working as street vendors, rickshaw pullers, construction workers, rag pickers, agricultural workers, BD workers, handloom, leather, numerous other industries. घरेलू कामगार भी बड़ी संख्या में काम कर रहे हैं। We must provide them a comprehensive social security coverage for their old age. Therefore, in addition to the health coverage provided under Ayushman Bharat and life and disability coverage provided under Pradhan Mantri Jeevan Jyoti Bima Yojana and Pradhan Mantri Suraksha Bima Yojana, our government proposes to launch a mega pension yojana, namely Pradhan Mantri Shram Yogi Man Dhan। ਮੋਦੀ ਸਰਕਾਰ ਨੇ ਆਖਰੀ ਬਜਟ ਇਨਕਮ ਟੈਕਸ 'ਚ ਵੀ ਭਾਰੀ ਛੂਟ ਦਿੱਤੀ ਹੈ। ਇਸ ਨੂੰ 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਕਰ ਦਿੱਤਾ ਗਿਆ। ਹੁਣ ਸਰਕਾਰ ਨੇ ਟੈਕਸ 'ਚ ਸਿੱਧੇ ਤੌਰ ਤੇ 5 ਲੱਖ ਰੁਪਏ ਸਾਲਾਨਾ ਕਮਾਈ ਕਰਨ ਵਾਲਿਆਂ ਨੂੰ ਟੈਕਸ ਦੇ ਵਿੱਚ ਛੂਟ ਦੇ ਦਿੱਤੀ ਹੈ। ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਮੋਦੀ ਸਰਕਾਰ ਨੇ ਆਮ ਲੋਕਾਂ ਨੂੰ ਖੁਸ਼ ਕਰਨ ਲਈ ਕਾਫੀ ਵੱਡੀ ਚਾਲ ਚੱਲੀ ਹੈ। Taxpayers for their valuable contribution to nation building and for providing a better quality life to the poor and marginalized sections of society. Your tax helps provide dignity to our sisters and mothers with toilets and cooking gas connections. Your tax pays for the electricity connections to the poor who have lived in darkness for generations. The tax you pay will provide health care to 50 crore brothers and sisters. ਬਹਿਬਲ ਕਲਾਂ ਗੋਲੀकांड ਵਿੱਚ ਨਾਮਜ਼ਦ 3 ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਤੇ ਸੁਣਵਾਈ ਦੌਰਾਨ ਅੱਜ ਬਹਿਸ ਮੁਕੰਮਲ ਹੋ ਗਈ ਅਤੇ ਮਾਣਯੋਗ ਜੱਜ ਸਾਹਿਬਾਨ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ।
ਬਹਿਬਲ ਕਲਾ ਗੋਲੀकांड ਵਿੱਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਤੇ ਅੱਜ ਫਰੀਦਕੋਟ ਦੇ ਜ਼ਿਲ੍ਹਾ ਸੈਸ਼ਨ ਅਤੇ ਜੱਜ ਸਾਹਿਬ ਦੀ ਅਦਾਲਤ ਵਿੱਚ ਬਹਿਸ ਹੋਈ, ਜਿਸ ਵਿੱਚ ਬਚਾਅ ਪੱਖ ਦੇ ਵਕੀਲਾਂ ਨੇ ਪੁਲਿਸ ਅਧਿਕਾਰੀਆਂ ਦੀ ਜਿੱਥੇ ਜ਼ਮਾਨਤ ਮਨਜ਼ੂਰ ਕਰਨ ਦੀ ਗੁਹਾਰ ਲਗਾਈ, ਉੱਥੇ ਹੀ ਬਹਿਬਲ ਕਲਾ ਗੋਲੀकांड ਦੇ ਪੀੜਤ ਪਰਿਵਾਰ ਨੇ ਵੀ ਆਪਣੇ ਵਕੀਲ ਰਾਹੀਂ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ SIT ਮੈਂਬਰ ਸਤਿੰਦਰ ਸਿੰਘ SSP ਕਪੂਰਥਲਾ ਨੇ ਵੀ ਆਪਣਾ ਪੱਖ ਮਾਨਯੋਗ ਅਦਾਲਤ ਦੇ ਸਾਹਮਣੇ ਰੱਖਿਆ। ਤਕਰੀਬਨ 1.5 ਘੰਟੇ ਦੇ ਕਰੀਬ ਬਹਿਸ ਹੋਈ ਔਰ ਅਸੀਂ ਆਪਣੇ ਸਾਰੇ ਪੱਖ ਜੋ ਕਾਨੂੰਨੀ ਪੱਖ ਸੀ ਅਸੀਂ ਸਾਰੇ ਜੱਜ ਸਾਹਿਬ ਦੇ ਸਾਹਮਣੇ ਰੱਖੇ ਔਰ ਹੁਣ ਅਸੀਂ ਫੈਸਲੇ ਦੀ ਉਡੀਕ 'ਚ। ਇਸ ਮੌਕੇ ਗੱਲਬਾਤ ਕਰਦਿਆਂ ਬਹਿਬਲ ਕਲਾ ਗੋਲੀकांड ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਇਹ ਕਿਹਾ ਕਿ ਹੁਣ ਤੱਕ ਦੀ SIT ਦੀ ਕਾਰਵਾਈ ਤੋਂ ਉਹ ਸੰਤੁਸ਼ਟ ਨੇ। ਉਹਨਾਂ ਨੂੰ ਆਸ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ। ਅੱਜ ਦਾ ਜਿਹੜਾ ਫੈਸਲਾ ਸੀਗਾ, ਜਿਹੜੀ ਅਦਾਲਤ ਵੱਲੋਂ ਵਕੀਲਾਂ ਵੱਲੋਂ ਲੰਬੀ ਬਹਿਸ, ਸੈੱਟ ਦੇ ਵਕੀਲ ਵੱਲੋਂ ਤੇ ਸਾਡੇ ਐਡਵੋਕੇਟ ਵੱਲੋਂ ਜਿਹੜੀ ਵੀ ਲੰਬੀ ਬਹਿਸ ਕੀਤੀ ਜਾ ਰਹੀ ਸੀ, ਉਸ ਬਹਿਸ ਤੋਂ ਬਾਅਦ ਉਹਨਾਂ ਦੇ ਵਕੀਲਾਂ ਵੱਲੋਂ ਵੀ ਜਿਹੜਾ ਕੁਝ ਆਪਣੇ ਪੱਖ ਰੱਖੇ ਗਏ ਆ, ਤਾਂ ਜੱਜ ਸਾਹਿਬ ਨੇ ਉਹ ਜਿਹੜੇ ਉਹਨਾਂ ਦੇ ਵੱਲੋਂ ਰੱਖੇ ਹੋਏ ਪੱਖ ਤੇ ਕੁਝ ਸਾਡੇ ਵੱਲੋਂ ਰੱਖੇ ਸੀ ਜਿਹੜੇ ਵਕੀਲ ਨੇ ਸੈੱਟ ਵੱਲੋਂ ਆਪਣੇ ਕੋਲ ਰੱਖ ਲਏ ਆ। ਫੈਸਲਾ ਥੋੜੀ ਦੇਰ ਲਈ ਰਾਖਵਾਂ ਕਰ ਦਿੱਤਾ। ਉੱਥੇ ਹੀ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵਕੀਲ ਵੱਲੋਂ ਅਤੇ SIT ਦੇ ਮੈਂਬਰ ਸਤਿੰਦਰ ਸਿੰਘ ਦੇ ਵੱਲੋਂ ਜੋ ਬਹਿਸ ਕੀਤੀ ਗਈ ਹੈ, ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੇਗੀ। ਅੱਜ ਜਿਹੜੀ ਤਾਰੀਖ ਸੀਗੀ ਬੇਲ ਦੇ ਬਾਰੇ, ਉਸ ਸੰਬੰਧ ਦੇ ਵਿੱਚ ਜਿਹੜੇ ਸੈੱਟ ਵੱਲੋਂ ਵਕੀਲ ਪੇਸ਼ ਕੀਤੇ ਗਏ ਸੀਗੇ, ਆਏ ਸੀਗੇ ਸਰਕਾਰੀ ਵਕੀਲ, ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬਹਿਸ ਕੀਤੀ ਹੈ। ਇਹਦੇ ਨਾਲ ਸਾਡੇ ਵੱਲੋਂ ਜਿਹੜਾ ਵਕੀਲ ਸੀਗੇ ਸੁਖਰਾਜ ਸਿੰਘ ਵੱਲੋਂ ਤੇ ਸਾਡੇ ਵੱਲੋਂ 5 ਮੈਂਬਰੀ ਕਮੇਟੀ ਜਿਹੜੀ ਹਵਾਰਾ ਸਾਹਿਬ ਨੇ ਬਣਾਈ ਹੈ, ਉਹ ਵੀ ਵਕੀਲ ਸਾਹਿਬ ਨੇ ਬਹੁਤ ਹੀ ਵਧੀਆ ਉੱਥੇ ਬਹਿਸ ਕੀਤੀ ਗਈ ਹੈ। ਔਰ ਮੈਂ ਮਹਿਸੂਸ ਕਰਦਾ ਕਿ ਅੱਜ ਦੀ ਬਹਿਸ ਦੇ ਬਾਅਦ ਜਿਹੜਾ ਫੈਸਲਾ ਜੱਜ ਸਾਹਿਬ ਨੇ ਰਾਖਵਾਂ ਰੱਖ ਲਿਆ, ਉਹ ਫੈਸਲਾ ਕੱਲ੍ਹ ਮੋਸਟ ਲਾਈਕਲੀ ਉਹ ਦੇਣਗੇ ਔਰ ਇਹ ਬੇਲ ਜਿਹੜੀ ਹੈ ਇਹਨਾਂ ਨੂੰ ਨਹੀਂ ਮਿਲੇਗੀ, ਇਹ ਰਿਜੈਕਟ ਹੋਏਗੀ। ਕਿਉਂਕਿ ਮੈਰਿਟਸ ਦੇ ਕੇਸ ਜਿਹੜਾ ਨਾ ਕਾਨੂੰਨੀ ਤੌਰ ਦੇ ਉੱਤੇ ਜਿਹੜੀਆਂ ਨਵੀਆਂ ਧਾਰਾਵਾਂ ਲਗਾਤੀਆਂ ਗਈਆਂ ਨੇ, ਹੋਰ ਜਿਹੜਾ ਸ਼ਰਮਾ ਜੀ ਦੇ ਇੰਟਰੋਗੇਸ਼ਨ ਦੇ ਬਾਅਦ, ਇਨਵੈਸਟੀਗੇਸ਼ਨ ਦੇ ਬਾਅਦ, ਉਹਨਾਂ ਧਾਰਾਵਾਂ ਦੇ ਬੇਸ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਇਹ ਬੇਲ ਜਿਹੜੀ ਹੈ ਅਵਸ਼ ਰਿਜੈਕਟ ਹੋਏਗੀ ਤੇ ਅੱਗੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਿੱਟ ਵੱਲੋਂ ਬਿਲਕੁਲ ਕਾਨੂੰਨੀ ਤੌਰ ਦੇ ਉੱਤੇ ਠੀਕ ਕੀਤੀ ਜਾਵੇਗੀ ਤੇ ਸਾਨੂੰ ਇਨਸਾਫ ਮਿਲੇਗਾ। ਤੁਹਾਡੀ ਕੋਈ SIT ਦੇ ਮੈਂਬਰਾਂ ਨਾਲ ਕੋਈ ਕੇਸ ਬਾਰੇ ਜਾਂ ਕੋਈ ਗੱਲਬਾਤ ਹੋਈ ਜਾਂ ਕੀਤੀ? ਦੇਖੋ ਜੀ, SSP ਸਾਹਿਬ ਖੁਦ ਉੱਥੇ ਆਏ ਸੀਗੇ ਤੇ ਜਿਸ ਤਰੀਕੇ ਨਾਲ ਉਹਨਾਂ ਪੇਸ਼ਕਾਰੀ ਕੀਤੀ ਹੈ, ਬਹਿਸ ਕੀਤੀ ਹੈ, ਉੱਥੋਂ ਅਸੀਂ ਪੂਰੇ ਸੈਟੀਸਫਾਈਡ ਹਾਂ। ਇੱਕ ਪਾਸੇ ਜਿੱਥੇ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ NK ਸਿੰਘ ਨੇ ਪੰਜਾਬ ਸਰਕਾਰ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਵਿਰਾਸਤ ਵਿੱਚ ਮਿਲੇ ਅਨਾਜ ਦੇ 31,000 ਕਰੋੜ ਰੁਪਏ ਦੇ ਕਰਜ਼ੇ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਰਾਹਤ ਮਿਲੀ ਹੈ, ਪਰ ਕਮਿਸ਼ਨ ਨੇ ਕਿਸਾਨਾਂ ਸਿਰ ਚੜੇ ਕਰਜ਼ੇ ਦੇ ਮਾਮਲੇ 'ਚ ਕੋਈ ਵੀ ਰਾਹਤ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15ਵੇਂ ਵਿੱਤ ਕਮਿਸ਼ਨ ਕੋਲੋਂ ਵਿਸ਼ੇਸ਼ ਕਰਜ਼ਾ ਮੁਆਫੀ ਪੈਕੇਜ ਦੀ ਮੰਗ ਕੀਤੀ ਸੀ ਤਾਂ ਜੋ ਸੂਬੇ ਦੀ ਅਰਥ ਵਿਵਸਥਾ ਨੂੰ ਮੁੜ ਮਜ਼ਬੂਤ ਕੀਤਾ ਜਾ ਸਕੇ। ਇਸ ਦੇ ਚੱਲਦੇ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ NK ਸਿੰਘ ਨੇ ਪੰਜਾਬ ਸਰਕਾਰ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਕੋਲੋਂ ਵਿਰਾਸਤ 'ਚ ਮਿਲੇ ਅਨਾਜ ਦੇ 31,000 ਕਰੋੜ ਰੁਪਏ ਦੇ ਕਰਜ਼ੇ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਦੇ ਚੱਲਦੇ ਇੱਕ ਪਾਸੇ ਪੰਜਾਬ ਸਰਕਾਰ ਨੂੰ ਰਾਹਤ ਮਿਲੀ, ਪਰ ਦੂਜੇ ਪਾਸੇ ਕਮਿਸ਼ਨ ਨੇ ਕਿਸਾਨਾਂ ਸਿਰ ਚੜੇ ਕਰਜ਼ੇ ਦੇ ਮਾਮਲੇ ਕੋਈ ਵੀ ਰਾਹਤ ਦੇਣ ਤੋਂ ਪੂਰੀ ਤਰ੍ਹਾਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਨੂੰ ਇਸ ਦਾ ਹੱਲ ਖੁਦ ਕਰਨਾ ਪਵੇਗਾ। ਇੱਥੇ ਤੁਹਾਨੂੰ ਦੱਸ ਦਈਏ ਕਿ ਵਿੱਤ ਕਮਿਸ਼ਨ ਨੇ ਪੰਜਾਬ ਦੇ ਅਨਾਜ ਸੰਬੰਧੀ 31,000 ਕਰੋੜ ਦੇ ਕਰਜ਼ੇ ਦੇ ਨਿਬੇੜੇ ਲਈ ਇੱਕ ਕਮੇਟੀ ਬਣਾਈ ਹੈ ਅਤੇ ਇਹ ਕਮੇਟੀ ਕਮਿਸ਼ਨ ਦੇ ਮੈਂਬਰ ਡਾਕਟਰ ਰਮੇਸ਼ ਚੰਦ ਦੀ ਅਗਵਾਈ ਹੇਠ ਬਣਾਈ ਜਾਵੇਗੀ। ਕਿਸਾਨਾਂ ਦੀ ਕਰਜ਼ਾ ਮਾਫੀ ਤੇ ਪੰਜਾਬ ਸਰਕਾਰ ਨੇ ਇੱਕ ਅਜੀਬ ਜਿਹੀ ਹਦਾਇਤ ਜਾਰੀ ਕੀਤੀ ਹੈ। ਹਦਾਇਤ ਇਹ ਹੈ ਕਿ ਜਿਹੜਾ ਕਿਸਾਨ 2 ਫਰਵਰੀ ਨੂੰ ਫਰੀਦਕੋਟ ਜ਼ਿਲ੍ਹੇ ਅੰਦਰ ਜ਼ਿਲ੍ਹਾ ਪੱਧਰੀ ਕਿਸਾਨ ਕਰਜ਼ਾ ਮੁਕਤੀ ਸਮਾਗਮ 'ਚ ਸ਼ਾਮਿਲ ਹੋਵੇਗਾ, ਉਸ ਦਾ ਹੀ ਕਰਜ਼ਾ ਮਾਫ ਕੀਤਾ ਜਾਵੇਗਾ। ਇਹ ਹਦਾਇਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਨੇ ਆਪਣੇ ਅਧੀਨ ਪੈਂਦੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਇੱਕ ਪੱਤਰ ਨੰਬਰ ਜਾਰੀ ਕਰਕੇ ਦਿੱਤੀ। ਕਿਸਾਨਾਂ ਨਾਲ ਕਰਜ਼ਾ ਮੁਕਤੀ ਵਰਗੇ ਵੱਡੇ ਵਾਅਦੇ ਕਰ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਕਿਸਾਨ ਕਰਜ਼ਾ ਮੁਆਫੀ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾ ਰਹੀ ਹੈ। ਬੀਤੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਤੋਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨ ਕਰਜ਼ਾ ਮੁਆਫੀ ਸਕੀਮ ਦਾ ਆਗਾਜ਼ ਕੀਤਾ।
ਜਿਸ ਤਹਿਤ ਫਰੀਦਕੋਟ ਜ਼ਿਲ੍ਹੇ ਅੰਦਰ ਵੀ 2 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਕਰਜ਼ਾ ਮੁਕਤੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਜ਼ਿਲ੍ਹੇ ਭਰ ਦੇ ਸਹਿਕਾਰੀ ਸੁਸਾਇਟੀਆਂ ਸਭਾਵਾਂ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਐਲਾਨ ਕੀਤਾ ਜਾਵੇਗਾ। ਇਹ ਤਾਂ ਜੀ ਗਲਤ ਗੱਲ ਹੈ। ਜੇ ਕੋਈ ਬੰਦਾ ਬਿਮਾਰ ਵੀ ਹੋ ਸਕਦਾ ਜੀ, ਕਿਸੇ ਨੂੰ ਜ਼ਰੂਰੀ ਕੰਮ ਵੀ ਹੋ ਸਕਦਾ, ਜੇ ਕਿਸੇ ਤੋਂ ਨਹੀਂ ਪਹੁੰਚਿਆ ਜਾਂਦਾ ਤੇ ਉਹਦੀ ਕੀ ਗਲਤੀ, ਫਿਰ ਉਹਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾਊਗਾ ਜੀ? ਇਹ ਡਰਾਮੇਬਾਜ਼ੀ ਹੈ ਜੀ ਸਾਰੀ, ਕੋਈ ਕਰਜ਼ਾ ਮਾਫ ਨਹੀਂ ਕਰਨਾ ਜੀ ਇਹਨਾਂ ਨੇ, ਸਾਰੀ ਬਸ ਖਾਨਾ ਪੂਰਤੀ ਹੈ ਜੀ। ਕਿਸਾਨ ਹੈ ਜਿਹੜਾ ਦੇਸ਼ ਦਾ ਢਿੱਡ ਭਰਦਾ, ਉਹ ਸਾਰੇ ਕਿਸਾਨ ਨੇ ਔਰ ਸਾਰੇ ਹੀ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕਰਨਾ ਚਾਹੀਦਾ, ਨਾ ਇਕੱਲੇ ਕਾਂਗਰਸੀਆਂ ਦਾ। ਇਸ ਸਮਾਗਮ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਨੇ ਆਪਣੇ ਅਧੀਨ ਪੈਂਦੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਇੱਕ ਪੱਤਰ ਨੰਬਰ ਜਾਰੀ ਕਰ ਹਦਾਇਤ ਕੀਤੀ ਹੈ ਕਿ ਸਿਰਫ ਉਹਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਕਰਜ਼ਾ ਮਾਫ ਦੀ ਰਕਮ ਕ੍ਰੈਡਿਟ ਹੋਵੇਗੀ ਜੋ 2 ਫਰਵਰੀ ਨੂੰ ਸਮਾਗਮ ਵਿੱਚ ਹਾਜ਼ਰ ਹੋਣਗੇ। ਇਸ ਸੰਬੰਧੀ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਜੇਕਰ ਕਰਜ਼ਾ ਮਾਫ ਕਰਨਾ ਚਾਹੁੰਦੀ ਹੈ ਤਾਂ ਆਪਣੇ ਵਾਅਦੇ ਮੁਤਾਬਿਕ ਸਾਰੇ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰੇ। ਉਹਨਾਂ ਕਿਹਾ ਕਿ ਸਰਕਾਰ ਸਿਰਫ ਆਪਣੇ ਛੇਤਿਆਂ ਦਾ ਕਰਜ਼ਾ ਮਾਫ ਕਰਨਾ ਚਾਹੁੰਦੀ ਹੈ ਤੇ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ, ਹੋਰ ਕੁਝ ਵੀ ਨਹੀਂ। ਇੱਕ ਲੈਟਰ ਅਸੀਂ ਪੜ੍ਹੀ ਹੈ, ਸਹਾਇਕ ਡਾਇਰੈਕਟਰ ਨੇ ਉਹ ਜਾਰੀ ਕੀਤੀ ਹੈ ਸਭਾਵਾਂ ਨੂੰ, ਜੋ ਸਭਾਵਾਂ ਹੈਗੀਆਂ ਸੁਸਾਇਟੀਆਂ ਸਾਡੀਆਂ ਹੈਗੀਆਂ, ਕਿ 2 ਤਰੀਕ ਦਾ ਕੋਈ ਫੰਕਸ਼ਨ ਇਹਨਾਂ ਨੇ ਫਰੀਦਕੋਟ ਰੱਖਿਆ ਹੈ, ਕੋਈ ਤਾਜ ਪੈਲਸ ਦੇ ਵਿੱਚ, ਜਿਹਦੇ ਵਿੱਚ ਕਰਜ਼ਾ ਮਾਫੀ ਬਾਰੇ ਉਹਨਾਂ ਨੇ ਲੋਕਾਂ ਨੂੰ ਇਕੱਠੇ ਕਰਨਾ ਹੈ। ਔਰ ਉਹਨਾਂ ਨੇ ਇੱਕ ਲੈਟਰ ਆਪਣੀਆਂ ਸਭਾਵਾਂ ਨੂੰ, ਸਾਰਿਆਂ ਨੂੰ, ਸੈਕਟਰੀਆਂ ਨੂੰ, ਸਹਿਕਾਰੀ ਸਭਾਵਾਂ ਨੂੰ ਜਾਰੀ ਕੀਤਾ ਹੈ ਕਿ ਉਸ ਦਿਨ ਜੋ ਉੱਥੇ ਕਿਸਾਨ ਆਉਣਗੇ ਸਿਰਫ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਊਗਾ, ਜਿਹੜੇ ਨਹੀਂ ਆਉਣਗੇ ਉਹਨਾਂ ਦੇ ਜੋ ਖਾਤੇ ਵਿੱਚ ਪੈਸੇ ਨਹੀਂ ਪਾਏ ਜਾਣਗੇ। ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਇਹ ਜਿਹੜਾ ਕਿਸੇ ਰੇਂਜ ਦੇ ਵਿੱਚ ਆਉਂਦਾ ਹੈ, ਜਿਹੜਾ ਉਸ ਦਾਇਰੇ ਦੇ ਵਿੱਚ ਆਉਂਦਾ ਹੈ, ਉਸ ਬੰਦੇ ਦੀ ਕਿਸੇ ਦੀ ਮਜਬੂਰੀ ਹੈ, ਉਹ ਨਹੀਂ ਆ ਸਕਦਾ, ਜਾਂ ਕਿਸੇ ਦੀ ਡੈਥ ਹੋ ਗਈ ਹੈ, ਕਿ ਬਸ ਉਹਦਾ ਕਰਜ਼ਾ ਨਹੀਂ ਮਾਫ ਹੋਵੇਗਾ? ਕਿ ਇਹ ਜੋ ਕਰਜ਼ਾ ਮਾਫੀ ਦਾ ਸਿਸਟਮ ਇੱਕ ਸਟੰਟ ਹੈ ਕਿ ਇਲੈਕਸ਼ਨ ਕਰਕੇ ਇਹ ਇਕੱਠ ਕਰਨ ਵਾਲੀ ਗੱਲਾਂ ਹੋ ਰਹੀਆਂ ਕਿ ਜਿਹੜਾ ਬੰਦਾ ਕਿਸੇ ਦਾਇਰੇ 'ਚ ਆਉਂਦਾ, ਚਾਹੇ ਆਉਂਦਾ ਨਹੀਂ ਆਉਂਦਾ, ਉਹਦਾ ਮਨ ਆਉਂਦਾ ਹੈ ਨਹੀਂ ਆਉਂਦਾ ਹੈ, ਉਹਨੂੰ ਇੱਕ ਲੈਟਰ ਜਾਰੀ ਹੋ ਗਈ, ਉਹਦਾ ਕਰਜ਼ਾ ਮਾਫ ਹੋਣਾ, ਬਸ ਉਹਦੇ ਖਾਤੇ ਵਿੱਚ ਪੈਸੇ ਆ ਜਾਣੇ ਚਾਹੀਦੇ ਹੈ। ਸੋ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ, ਅਜਿਹੇ ਕੰਮ ਛੱਡ ਕੇ ਜੋ ਉਹਨਾਂ ਨੇ ਵਾਅਦੇ ਕੀਤੇ ਹੈ, ਉਹਨਾਂ ਨੇ ਤਾਂ ਇੱਕਦਮ ਵਾਅਦੇ ਕੀਤੇ ਸੀ ਵੀ ਸਾਰੇ ਕਰਜ਼ੇ ਮਾਫ ਕਰਾਂਗੇ, ਚਾਹੇ ਕੋਈ ਕਿਸੇ ਦਾ ਆੜ੍ਹਤੀਏ ਦਾ ਹੋਵੇ, ਚਾਹੇ ਪ੍ਰਾਈਵੇਟ ਹੋਵੇ, ਚਾਹੇ ਦੂਜਾ ਹੋਵੇ, ਸਾਰੇ ਬੈਂਕਾਂ ਦੇ ਕਰਜ਼ੇ ਮਾਫ ਕਰਾਂਗੇ। ਜਿਹੜੇ ਕਰਜ਼ੇ ਵੀ ਮਾਫ ਕਰਨੇ ਆ ਬਿਨਾਂ ਗੱਲ ਤੋਂ, ਸਟੰਟ ਜੋ ਇਲੈਕਸ਼ਨ ਸਟੰਟ ਹੈ ਇਹ ਬਣਾ ਕੇ ਸਰਕਾਰਾਂ ਗੱਲਾਂ ਕਰ ਰਹੀਆਂ। ਸੋ ਇਹ ਗੱਲਾਂ ਛੱਡ ਕੇ ਜੋ ਇਹਨੇ ਵਾਅਦੇ ਕੀਤੇ ਉਹ ਪੂਰੇ ਕਰੇ, ਕਿਉਂਕਿ ਲੋਕ ਅੱਜ ਕੱਲ੍ਹ ਸਭ ਕੁਝ ਜਾਣਦੇ ਆ। ਇਸ ਪੂਰੇ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਨ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਸਾਰੇ ਯੋਗ ਕਿਸਾਨਾਂ ਦਾ ਸਹਿਕਾਰੀ ਸੁਸਾਇਟੀਆਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੋ ਲਾਈਨ ਇਸ ਪੱਤਰ ਵਿੱਚ ਲਿਖੀ ਗਈ ਹੈ, ਟੈਕਨੀਕਲ ਤੌਰ ਤੇ ਇਹ ਲਿਖਣੀ ਨਹੀਂ ਬਣਦੀ ਸੀ। ਨਹੀਂ, ਜੇ ਤੁਸੀਂ ਇਸ ਲੈਟਰ ਨੂੰ ਧਿਆਨ ਨਾਲ ਪੜ੍ਹੋ ਤਾਂ ਇਹਦੇ 'ਚ ਇਹਨਾਂ ਨੇ ਇਹ ਨਹੀਂ ਲਿਖਿਆ ਵੀ ਸਿਰਫ ਉਹਨਾਂ ਕਿਸਾਨਾਂ ਦੇ ਹੀ ਕਰਜ਼ੇ ਮਾਫ ਹੋਣਗੇ ਜਿਨ੍ਹਾਂ ਨੂੰ ਜਿਹੜੇ ਆਣਗੇ, ਨਹੀਂ, ਜਿਹੜੇ ਉੱਥੇ ਆਣਗੇ। ਇਹਨਾਂ ਨੇ ਲਿਖਿਆ ਹੈ ਕਿ ਸਿਰਫ ਉਹਨਾਂ ਮੈਂਬਰਾਂ ਦੇ ਖਾਤਿਆਂ ਵਿੱਚ ਕਰਜ਼ਾ ਮਾਫੀ ਦੀ ਰਕਮ ਕ੍ਰੈਡਿਟ ਕੀਤੀ ਜਾਵੇਗੀ। ਟੈਕਨੀਕਲੀ ਸਪੀਕਿੰਗ ਤਾਂ ਇਹ ਲਾਈਨਸ ਲਿਖਣੀਆਂ ਨਹੀਂ ਬਣਦੀਆਂ। ਔਰ ਜਿਹੜਾ ਵੀ ਕਿਸਾਨ, ਅਸੀਂ ਫੰਕਸ਼ਨ ਕਰਕੇ ਉਹਨਾਂ ਦੇ ਕਰਜ਼ੇ ਮਾਫ ਕਰਨ ਵਾਲਾ ਸਿਸਟਮ ਸਾਡਾ ਸਾਰਾ ਚੱਲਦਾ, ਬਕਾਇਦਾ ਇਹਦੀ ਵੈਰੀਫਿਕੇਸ਼ਨਸ ਹੁੰਦੀਆਂ, ਸੋਸ਼ਲ ਆਡਿਟ ਹੁੰਦਾ, ਉਸ ਤੋਂ ਬਾਅਦ ਇੱਕ ਚੀਜ਼ ਫਾਈਨਲਾਈਜ਼ ਹੁੰਦੀ ਹੈ। ਸੋ ਅਸੀਂ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਨਾਲ ਕਿਸੇ ਦਾ ਅਧਿਕਾਰ ਨਹੀਂ ਮਾਰ ਸਕਦੇ। ਔਰ ਜਿਹੜਾ ਕੋਈ ਆਊਗਾ ਹੀ ਇਜ਼ ਮੋਸਟ ਵੈਲਕਮ। ਜੇਕਰ ਨਹੀਂ ਆਉਂਦਾ ਤਾਂ ਅਸੀਂ, ਇਹ ਬੇਸਿਕਲੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਲੋਕ ਇਹਨਾਂ ਫੰਕਸ਼ਨਾਂ 'ਚ ਆਉਣ ਤਾਂ ਕਿ ਅਸੀਂ ਮੌਕੇ ਦੇ ਉੱਤੇ ਸਾਨੂੰ ਵੀ ਕੋਈ ਵੈਰੀਫਿਕੇਸ਼ਨ 'ਚ ਦਿੱਕਤ ਨਾ ਆਵੇ। ਔਰ ਜਿਹੜੇ ਜੇਕਰ 1500 ਬੰਦੇ ਦਾ ਕਰਜ਼ਾ ਮਾਫ ਹੋਣਾ, ਜੇ ਉਹ 1450 ਬੰਦੇ ਵੀ ਆ ਜਾਂਦੇ ਤੇ ਸਾਡਾ ਕੰਮ ਵਧੀਆ ਤਰੀਕੇ ਨਾਲ ਨਿਪਟ ਜਾਂਦਾ। ਦਿਸ ਇਜ਼ ਦੀ ਓਨਲੀ ਪਰਪਸ। ਹੁਣ ਵੇਖਣਾ ਇਹ ਹੋਵੇਗਾ ਕਿ ਆਖਰ 2 ਫਰਵਰੀ ਨੂੰ ਜ਼ਿਲ੍ਹੇ ਦੇ ਕਿੰਨੇ ਕਿਸਾਨ ਕਰਜ਼ਾ ਮਾਫ ਸਮਾਗਮ ਵਿੱਚ ਪਹੁੰਚਦੇ ਹਨ ਤੇ ਕਿੰਨਿਆਂ ਦਾ ਕਰਜ਼ਾ ਮਾਫ ਹੋਵੇਗਾ। ਚੰਡੀਗੜ੍ਹ 'ਚ ਹੈਲਪਿੰਗ ਹੈਲਪਲੈਸ ਦੀ ਟੀਮ ਵੱਲੋਂ ਇੱਕ ਐਪ ਦਾ ਉਦਘਾਟਨ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਗਈ, ਜਿਸ ਵਿੱਚ ਪੰਜਾਬ ਦੇ ਲੋਕਲ ਬਾਡੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਪ ਦੇ ਉਦਘਾਟਨ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਤੰਜ ਕਸੇ ਤੇ ਕਿਹਾ ਕਿ ਇਹ ਤਾਂ ਸੁੱਖੇ ਨਾਲੋਂ ਵੀ ਵੱਡਾ ਗੱਪੀ ਹੈ। ਪੰਜਾਬ ਦੇ ਲੋਕਲ ਬਾਡੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਨੇ। ਹਾਲ ਹੀ 'ਚ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ 'ਚ ਹੈਲਪਿੰਗ ਹੈਲਪਲੈਸ ਦੀ ਟੀਮ ਦੇ ਐਪ ਦਾ ਉਦਘਾਟਨ ਕਰਨ ਪਹੁੰਚੇ। ਇਸ ਗੱਲ ਦਾ 골ਡ ਮੈਡਲ ਵੀ ਦੇਣਾ ਹੋਵੇ ਪੰਜਾਬ 'ਚ ਵੀ ਸਭ ਤੋਂ ਵੱਧ ਕੰਮ NRIਆਂ ਦੇ ਉੱਤੇ ਜਿਨ੍ਹਾਂ ਨੂੰ ਐਕਸਪਲੋਇਟ ਕੀਤਾ ਗਿਆ ਵਿਦੇਸ਼ਾਂ ਦੇ ਵਿੱਚ, ਕਿਹਨੇ ਕੀਤਾ? ਤੇ ਉਹਦੇ 'ਚ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਸੂਰਜ ਪ੍ਰਮਾਣ ਨਹੀਂ ਦਿੰਦਾ
ਵੀ ਉਹਦੇ 'ਚ ਪ੍ਰਕਾਸ਼ ਹੈ, ਉਹਦਾ ਤੇਜ ਪ੍ਰਮਾਣ ਹੁੰਦਾ ਹੈ। ਜਿੱਥੇ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਬ ਲੰਬੇ ਹੱਥੀ ਲਿਆ। ਮੈਨੂੰ ਪ੍ਰਧਾਨ ਮੰਤਰੀ ਦੇ ਝੂਠ ਤੋਂ ਨਫ਼ਰਤ ਹੈ। 15 ਲੱਖ ਦਾ ਹਿਸਾਬ ਮੰਗਣਗੇ ਲੋਕ ਪ੍ਰਧਾਨ ਮੰਤਰੀ ਤੋਂ। ਸਿੱਧੂ ਨੇ ਇਹ ਤੱਕ ਕਹਿ ਦਿੱਤਾ ਕਿ ਨਰਿੰਦਰ ਮੋਦੀ ਟਕਾ ਕੇ ਝੂਠ ਮਾਰਦਾ ਹੈ, ਉਸਨੇ ਤਾਂ ਸੁੱਖੇ ਗੱਪੀ ਨੂੰ ਵੀ ਮਾਤ ਪਾਤੀ। ਤੇ ਜਿਹੜਾ ਪ੍ਰਧਾਨ ਮੰਤਰੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰਿਆ ਹੋਇਆ, ਉਦੋਂ ਕਿੱਦਾਂ ਐ ਹੱਥ ਮਾਰ ਕਹਿੰਦਾ 2 ਕਰੋੜ ਨੌਕਰੀਆਂ ਹੈ ਹਰ ਸਾਲ, ਫੜ ਲਓ ਪੂੰਛ ਝੂਠ ਦੀ, ਹਰ ਸਾਲ ਦਊਂ। ਨੌਜਵਾਨਾਂ ਨੂੰ ਪਕੌੜੇ ਤਲਵਾਉਂ ਹੈ। ਇਟ ਇਜ਼ ਵੈਰੀ ਸੈਡ ਕਿ ਪੋਲੀਟੀਕਲ ਮੋਟਿਵਸ ਨੂੰ ਹੱਲ ਕਰਨ ਲਈ ਅਸੀਂ ਝੂਠ ਤੇ ਝੂਠ ਬੋਲੀ ਤੁਰੀ ਜਾਂਦੇ। ਉਹ ਸਨੀ ਦਿਓਲ ਤਰੀਕ ਤੇ ਤਰੀਕ ਦਿੰਦਾ ਸੀ, ਝੂਠ ਤੇ ਝੂਠ। ਮੈਨੂੰ ਇਹਤਰਾਮ ਹੈ ਪ੍ਰਧਾਨ ਮੰਤਰੀ ਨਾਲ, ਲੇਕਿਨ ਮੈਨੂੰ ਉਹਦੇ ਝੂਠ ਤੋਂ ਨਫ਼ਰਤ ਹੈ। 15 ਲੱਖ ਦਾ ਹਿਸਾਬ ਮੰਗਣਗੇ ਲੋਕ ਵੀ ਭਾਈ ਦੱਸ ਕਿੱਥੇ ਆ 15 ਲੱਖ। ਅੱਜ ਕੱਲ੍ਹ ਦਾ ਜਿਹੜਾ ਵਿਆਹ ਕਰਾਉਣ ਜਾਂਦਾ ਉਹ ਕਹਿੰਦਾ ਮੇਰੀ ਬੜੀ ਟੌਰ ਹੈ, ਮੇਰਾ ਪ੍ਰਧਾਨ ਮੰਤਰੀ ਵੱਲ 15 ਲੱਖ ਖੜਾ। ਤੇ ਜਿਹਦੇ ਕੋਲ ਰਿਸ਼ਤਾ ਲੈ ਕੇ ਜਾਂਦਾ ਉਹ ਕਹਿੰਦਾ ਕੋਈ ਗੱਲ ਨਹੀਂ, ਰਿਸ਼ਤਾ ਕਰਾ, ਜਦੋਂ ਸਾਡਾ 15 ਲੱਖ ਆਏ ਗੱਡੀ ਦੇਵਾਂਗੇ ਨਵੀਂ। ਸਹੀ ਹੈ। ਤੇ ਹਿਸਾਬ ਮੰਗਣੇ ਲੋਕਾਂ ਨੇ ਇਹ ਤੋਂ। ਟਕਾ ਕੇ ਝੂਠ ਮਾਰਦਾ ਹੈ, ਸੁੱਖਾ ਗੱਪੀ ਵੀ ਮਾਤ ਕਰਤਾ ਇਹਨੇ ਠੋਕ ਕੇ। ਇਹਤਰਾਮ ਆ ਝੂਠ ਗੰਗਾ ਸਾਫ਼। ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਸ ਵੱਲੋਂ ਕੀਤਾ ਗਿਆ ਚੈਲੰਜ ਯਾਦ ਕਰਵਾਇਆ ਹੈ ਅਤੇ ਉਸ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਸੱਦਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਜੀ ਤੁਸੀਂ ਕੁਝ ਮਹੀਨੇ ਪਹਿਲਾਂ ਸੰਗਰੂਰ ਆਏ ਸਾਂ ਅਤੇ ਉਸਨੇ ਚੈਲੰਜ ਕਰਕੇ ਗਏ ਸਨ ਕਿ ਉਹ ਸੰਗਰੂਰ ਤੋਂ ਭਗਵੰਤ ਮਾਨ ਦੇ ਖਿਲਾਫ ਚੋਣ ਲੜਨਗੇ ਅਤੇ ਮੈਂ ਵੀ ਇਹ ਚੈਲੰਜ ਸਵੀਕਾਰ ਕਰਦਾ ਹਾਂ। ਕਈ ਮਹੀਨੇ ਪਹਿਲਾਂ ਹਰਸਿਮਰਤ ਕੌਰ ਜੀ ਸੰਗਰੂਰ ਦੇ ਦੌਰੇ ਤੇ ਆਏ ਸੀ ਤਾਂ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਮੈਂ ਸੰਗਰੂਰ ਤੋਂ ਲੜੂੰਗੀ ਭਗਵੰਤ ਮਾਨ ਦੇ ਖਿਲਾਫ। ਮੈਂ ਉਸੇ ਦਿਨ ਹੀ ਖੇੜੇ ਮੱਥੇ ਉਹਨਾਂ ਦਾ ਚੈਲੰਜ ਪ੍ਰਵਾਨ ਕਰ ਲਿਆ ਸੀ, ਅਸੈਪਟ ਕਰ ਲਿਆ ਸੀ, ਸਵੀਕਾਰ ਕਰ ਲਿਆ ਸੀ ਕਿ ਆਜੋ ਜੀ ਵੈਲਕਮ। ਪਰ ਉਸ ਤੋਂ ਬਾਅਦ ਉਹ ਸੰਗਰੂਰ ਦੇ ਵਿੱਚ ਕਦੇ ਰੜਕੇ ਹੀ ਨਹੀਂ, ਕਦੇ ਆਏ ਹੀ ਨਹੀਂ, ਨਾ ਹੀ ਕਦੇ ਉਹਨਾਂ ਨੇ ਕੋਈ ਬਿਆਨ ਦਿੱਤਾ ਇਦਾਂ ਦਾ। ਹੁਣ ਤਾਂ ਸੰਗਰੂਰ ਦੇ ਵਿੱਚ ਹਰਸਿਮਰਤ ਜੀ ਤੁਹਾਨੂੰ ਪਾਰਟੀ ਦੀ ਅੰਦਰੂਨੀ ਵਿਰੋਧ ਦਾ ਵੀ ਸਾਹਮਣਾ ਨਹੀਂ ਕਰਨਾ ਪੈਣਾ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਜੀ ਤੇ ਉਹਨਾਂ ਦੀ ਫੈਮਿਲੀ ਨੇ ਇਹ ਬਿਆਨ ਦੇਤਾ, ਇਹ ਕਹਿਤਾ ਪਬਲਿਕ ਦੇ ਵਿੱਚ ਵੀ ਕਹਿਤਾ ਹੁਣ ਤਾਂ ਕਿ ਅਸੀਂ ਲੋਕ ਸਭਾ ਸੰਗਰੂਰ ਤੋਂ ਨਹੀਂ ਲੜ ਰਿਹਾ ਸਾਡਾ ਪਰਿਵਾਰ ਦਾ ਕੋਈ ਵੀ ਜੀ। ਤੇ ਹੁਣ ਤਾਂ ਤੁਸੀਂ ਆ ਜਾਓ ਨਾ, ਸੰਗਰੂਰ ਤਾਂ ਵਿਹਲਾ ਪਿਆ, ਹੁਣ ਤੁਸੀਂ ਮੁੱਕਰਦੇ ਕਿਉਂ? ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੁੱਕਰੋਗੇ, ਕਿਉਂਕਿ ਤੁਹਾਡੇ ਪਰਿਵਾਰ ਨੂੰ ਗੱਲਾਂ ਕਹਿ ਕੇ ਮੁੱਕਰਨ ਦੀ ਆਦਤ ਹੈ, ਉਸੇ ਬਿਮਾਰੀ ਦੇ ਤੁਸੀਂ ਸ਼ਿਕਾਰ ਹੋ। ਕਿਰਪਾ ਕਰਕੇ ਤੁਸੀਂ ਸੰਗਰੂਰ ਤੋਂ ਜਿਹੜਾ ਵਾਅਦਾ ਕੀਤਾ ਸੀ ਜਾਂ ਚੈਲੰਜ ਕੀਤਾ ਸੀ, ਮੈਂ ਤੁਹਾਨੂੰ ਉਹ ਯਾਦ ਕਰਾਉਣਾ ਚਾਹੁੰਦਾ। ਸੰਗਰੂਰ ਆਓ, ਲੋਕ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਰਿਜ਼ਲਟ ਜਿਹੜਾ ਉਹ ਲੋਕਾਂ ਦਾ ਜਿਹੜਾ ਫੈਸਲਾ ਹੋਊਗਾ ਉਹ ਹਰੇਕ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਪਊਗਾ। ਇੱਕ ਵਾਰੀ ਫੇਰ ਹਰਸਿਮਰਤ ਕੌਰ ਜੀ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਸੰਗਰੂਰ ਦਾ ਜਿਹੜਾ ਤੁਸੀਂ ਚੈਲੰਜ ਦਿੱਤਾ ਸੀ ਉਹ ਤੋਂ ਮੁੱਕਰੋ ਨਾ। ਜੇ ਤੁਸੀਂ ਮੁੱਕਰੋਗੇ ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਖੌਫ ਦੇ ਵਿੱਚੋਂ, ਤੁਹਾਨੂੰ ਇਸ ਗੱਲ ਦਾ ਡਰ ਹੈ ਕਿ ਸ਼ਾਇਦ ਸੰਗਰੂਰ ਵਾਲੇ ਜ਼ਮਾਨਤ ਜ਼ਬਤ ਨਾ ਕਰਾ ਦੇਣ। ਵੈਸੇ ਕਰਾਉਣਗੇ ਬਠਿੰਡੇ ਵਾਲੇ ਵੀ, ਪਰ ਸੰਗਰੂਰ ਵਾਲੇ ਥੋੜਾ ਜਿਹਾ ਇਸ ਗੱਲ ਤੇ ਮਾਣ ਮਹਿਸੂਸ ਕਰ ਲੈਣਗੇ ਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ, ਅਸੀਂ ਆਪਣਾ ਗੁੱਸਾ ਕੱਢਿਆ। ਤਾਂ ਕਿਰਪਾ ਕਰਕੇ ਸੰਗਰੂਰ ਵੱਲ ਆਓ, ਜਾਂ ਫਿਰ ਇਹ ਦੱਸੋ ਕਿ ਮੈਂ ਸੰਗਰੂਰ ਤੋਂ ਲੜਨਾ ਹੈ ਜਾਂ ਨਹੀਂ ਲੜਨਾ, ਜਾਂ ਆਪਣਾ ਚੈਲੰਜ ਵਾਪਸ ਲਓ। ਧੰਨਵਾਦ। ਸਿਟੀ ਸੈਂਟਰ ਘੁਟਾਲੇ ਮਾਮਲੇ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ, ਜਿਸ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਦੀਆਂ ਰਿਪੋਰਟਾਂ ਨੇ ਅਦਾਲਤ 'ਚ ਕੈਪਟਨ ਨੂੰ ਦੋਸ਼ੀ ਠਹਿਰਾਇਆ ਹੈ। ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਨੇ ਇਹ ਖੁਲਾਸਾ ਕੀਤਾ। ਸੰਧੂ ਨੇ ਕਿਹਾ ਕਿ ਸਰਕਾਰ ਦਾ ਵਿਜੀਲੈਂਸ ਵਿਭਾਗ ਅਤੇ ਪ੍ਰੋਸੀਕਿਊਸ਼ਨ ਵਿਭਾਗ ਕੈਪਟਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੁਣਵਾਈ ਦੀ ਅਗਲੀ ਤਰੀਕ 7 ਫਰਵਰੀ ਤੱਕ ਟਾਲ ਦਿੱਤੀ ਗਈ ਹੈ। ਨੈਕਸਟ ਡੇਟ ਜਿਹੜੀ ਰੱਖੀ ਹੈ ਜੱਜ ਸਾਹਿਬ ਨੇ ਉਹ 7/2 ਆ ਜੀ, 7th of February ਫॉर ਆਰ ਰਿਬਟਲ। ਉਸ ਦਿਨ ਅਸੀਂ ਰਿਬਟ ਕਰਾਂਗੇ ਜੋ ਸਟੇਟ ਨੇ ਆਪਦਾ ਅੱਜ ਆਰਗੂਮੈਂਟਸ ਕਨਕਲੂਡ ਕੀਤੀਆਂ ਨੇ। ਇਹਦੇ ਵਿੱਚ ਹੁਣ ਤੱਕ ਅਸੀਂ ਆਪਦੀ ਬਹਿਸ ਕੰਪਲੀਟ ਕਰ ਚੁੱਕੇ ਸੀ ਜੀ। ਬਹਿਸ ਦੇ ਵਿੱਚ ਅਸੀਂ ਡਾਕੂਮੈਂਟਸ ਵੀ ਦਿੱਤੇ ਸੀ ਕੋਰਟ ਨੂੰ, ਜਿਹਦੇ 'ਚ ਇੱਕ ਲੋਕਲ ਇੰਪਰੂਵਮੈਂਟ ਟਰਸਟ, ਲੁਧਿਆਣਾ ਇੰਪਰੂਵਮੈਂਟ ਟਰਸਟ, ਜੋ ਕਿ ਲੋਕਲ ਬੋਡੀਜ਼ ਡਿਪਾਰਟਮੈਂਟ ਥੱਲੇ ਆਉਂਦਾ, ਜੋ ਕਿ ਨਵਜੋਤ ਸਿੰਘ ਸਿੱਧੂ ਦਾ ਡਿਪਾਰਟਮੈਂਟ ਆ। ਐਂਡ ਨਵਜੋਤ ਸਿੰਘ ਸਿੱਧੂ ਦੇ ਡਿਪਾਰਟਮੈਂਟ ਲੋਕਲ ਬੋਡੀਜ਼ ਵੱਲੋਂ ਇੱਕ ਅਵਾਰਡ ਜੋ ਟੁਡੇ ਹੋਮਸ ਦੇ ਹੱਕ 'ਚ ਹੋਇਆ ਸੀ, ਉਹਨੂੰ ਚੈਲੰਜ ਕੀਤਾ ਆ। ਉਸ ਆਬਜੈਕਸ਼ਨਸ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਇਹ ਜਿਹੜਾ ਸਿਟੀ ਸੈਂਟਰ ਦਾ ਸਕੈਮ ਹੋਇਆ ਆ,
ਇਹ ਸਾਰੇ ਦੋਸ਼ੀ ਨੇ ਉਹਦੇ ਵਿੱਚ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਰਕਾਰ ਦੇ ਖਜ਼ਾਨੇ ਨੂੰ 1500 ਕਰੋੜ ਰੁਪਏ ਦਾ ਘਾਟਾ ਪਾਇਆ। ਘੱਟੋ ਘੱਟ ਇਟਸ ਮਿਨੀਮਮ 1500 ਕਰੋੜ। ਜੋ ਕੈਪਟਨ ਅਮਰਿੰਦਰ ਸਿੰਘ ਜਦੋਂ 2006 ਚ 7 ਦੇ ਵਿੱਚ ਮੁੱਖ ਮੰਤਰੀ ਸਨ, ਉਦੋਂ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਸਟੇਟ ਐਕਸਚੇਕਰ ਨੂੰ ਲਾਸ ਕੀਤਾ ਉਹ ਮਿਨੀਮਮ 1500 ਕਰੋੜ ਰੁਪਈਆ। ਇਹ ਲਾਸਟ ਡੇਟ ਤੇ ਹੋਈ ਸੀ ਜੀ। ਇਹਦੇ 'ਚ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਆ, ਵਿਜੀਲੈਂਸ ਡਿਪਾਰਟਮੈਂਟ ਨੇ ਜਦੋਂ ਦੀ ਸਰਕਾਰ ਫਾਰਮ ਹੋਈ ਹੈ ਪਿਛਲੇ ਸਾਲ, ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀ ਸਟੇਟ ਮਸ਼ੀਨਰੀ, ਟੋਟਲ ਸਟੇਟ ਮਸ਼ੀਨਰੀ, ਜਿੰਨੇ ਵੀ ਸਰਕਾਰੀ ਅਫਸਰ ਨੇ, ਵਿਜੀਲੈਂਸ ਡਿਪਾਰਟਮੈਂਟ ਆ, ਪ੍ਰੋਸੀਕਿਊਸ਼ਨ ਡਿਪਾਰਟਮੈਂਟ ਆ, ਇਟ ਇਜ਼ ਹੈਡਡ ਬਾਏ ਕੈਪਟਨ ਅਮਰਿੰਦਰ ਸਿੰਘ। ਐਂਡ ਇਹ ਦੋਵੇਂ ਡਿਪਾਰਟਮੈਂਟਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਵੀ ਕਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਦੋਸ਼ ਕਰਾਰ ਕੀਤਾ ਜਾਵੇ ਤੇ FIR ਨੂੰ ਖਤਮ ਕੀਤਾ ਜਾਵੇ। ਤੇ ਉਸੇ ਕੰਟੈਕਸਟ ਦੇ ਵਿੱਚ ਇਹਨਾਂ ਨੇ ਇੱਕ ਕੈਂਸਲੇਸ਼ਨ ਰਿਪੋਰਟ ਇੱਕ ਆਰਬਿਟ੍ਰੇਸ਼ਨ ਅਵਾਰਡ ਦੇ ਬੇਸ ਤੇ ਕੋਰਟ ਦੇ ਵਿੱਚ ਮੂਵ ਕੀਤੀ ਸੀ। ਦੂਜੇ ਪਾਸੇ ਉਸੇ ਕੈਂਸਲੇਸ਼ਨ ਜਿਹੜੀ ਆਰਬਿਟ੍ਰੇਸ਼ਨ ਅਵਾਰਡ ਨੂੰ ਜਿਹੜਾ ਸਿੱਧੂ ਦਾ ਡਿਪਾਰਟਮੈਂਟ ਆ, ਸ਼੍ਰੀ ਨਵਜੋਤ ਸਿੰਘ ਸਿੱਧੂ ਦਾ ਡਿਪਾਰਟਮੈਂਟ, ਉਹ ਚੈਲੰਜ ਕਰ ਰਿਹਾ। ਉਹ ਕਹਿ ਰਿਹਾ ਵੀ ਆਰਬਿਟ੍ਰੇਸ਼ਨ ਅਵਾਰਡ ਜਿਹੜਾ ਆ ਇਹ ਗਲਤ ਆ, ਇਹ ਘਪਲਾ ਹੋਇਆ, ਇਹ ਬਹੁਤ ਵੱਡਾ ਘਪਲਾ ਹੋਇਆ, ਇਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਬਹੁਤ ਚੂਨਾ ਲੱਗਾ ਆ, ਇਹਨਾਂ ਨੇ ਸਰਕਾਰੀ ਖਜ਼ਾਨੇ ਦਾ ਬਹੁਤ ਨੁਕਸਾਨ ਕੀਤਾ ਆ। ਇਹ ਨਵਜੋਤ ਸਿੰਘ ਸਿੱਧੂ ਦਾ ਡਿਪਾਰਟਮੈਂਟ ਕਹਿ ਰਿਹਾ। ਦੂਜੇ ਪਾਸੇ ਕੈਪਟਨ ਦਾ ਡਿਪਾਰਟਮੈਂਟ ਕਹਿ ਰਿਹਾ ਵੀ ਸਾਡੇ ਕੈਪਟਨ ਸਾਹਿਬ ਨਹੀਂ ਨਿਰਦੋਸ਼ ਨੇ। ਹੁਣ ਇਹ ਦੇਖਣ ਵਾਲੀ ਚੀਜ਼ ਆ ਵੀ ਵਿਜੀਲੈਂਸ ਸੱਚ ਬੋਲ ਰਿਹਾ ਕਿ ਲੋਕਲ ਬਾਡੀਜ਼ ਜੋ ਸਿੱਧੂ ਦਾ ਡਿਪਾਰਟਮੈਂਟ ਆ ਉਹ ਸੱਚ ਬੋਲ। ਅੱਛਾ, ਹੁਣ ਅਗਲੀ ਤਰੀਕ ਕਦੋਂ ਪਈ ਹੈ ਇਹ ਵੀ ਦੱਸ ਦਿਓ, ਤੇ ਸੁਮੇਧ ਸਿੰਘ ਸੈਣੀ ਕਦੋਂ ਹਾਜ਼ਰ ਹੋਣਗੇ? ਜਲਦ ਆਉਣਗੇ ਜੀ, ਬਹੁਤ ਜਲਦ ਆਉਣਗੇ, ਕੋਰਟ ਨੂੰ ਬੁਲਾਉਣਗੇ ਉਹਨਾਂ ਨੂੰ। ਤੇ ਅਗਲੀ ਡੇਟ 7/2 ਆ ਜੀ, ਉਦੋਂ ਅਸੀਂ ਆਪ ਦਾ ਰਿਬਟਲ ਰੱਖਾਂਗੇ। ਸਟੇਟ ਦੇ ਕੁਝ ਹੋਰ ਚੀਜ਼ਾਂ ਅਸੀਂ ਦੱਸਾਂਗੇ ਕੋਰਟ ਨੂੰ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਡਿਪਾਰਟਮੈਂਟ ਹੈ, ਜਿਹਨੇ ਉਹ ਰਿਪੋਰਟ ਪੇਸ਼ ਕੀਤੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਦਾ ਗਿਲਟੀ ਹੈ, ਸਾਰੇ ਦੋਸ਼ੀ ਨੇ, ਇਸ ਰਿਪੋਰਟ ਦਾ ਫਾਇਦਾ ਹੋਵੇਗਾ? ਬਿਲਕੁਲ, ਕਿਉਂ ਨਹੀਂ ਫਾਇਦਾ ਹੋਵੇਗਾ ਜੀ। ਅਸੀਂ ਕੋਰਟ ਨੂੰ ਇੱਕੋ ਗੱਲ ਕਹਿ ਰਹੇ ਹਾਂ ਵੀ ਅਸੀਂ ਤਾਂ ਕਹਿ ਹੀ ਰਹੇ ਸੀ, ਪਰ ਆ ਦੇਖੋ ਉਹਨਾਂ ਦਾ ਆਪਦਾ ਮਿਨਿਸਟਰ ਕਹਿ ਰਿਹਾ, ਉਹ ਗਵਰਨਮੈਂਟ ਦੀ IAS ਆਫੀਸਰ ਐਫੀਡੇਵਿਟ ਦੇ ਰਿਹਾ ਉਹਦੇ 'ਚ। ਅਸੀਂ ਤਾਂ ਇਹ ਗੱਲ ਪਹਿਲੇ ਦਿਨ ਤੋਂ ਕਹਿ ਰਹੇ ਹਾਂ। ਪਰ IAS ਆਫੀਸਰ ਦਾ ਨਾਮ ਸ਼ਾਇਦ ਪਰਮਿੰਦਰ ਸਿੰਘ ਗਿੱਲ ਆ ਜੀ। ਹੀ ਵਾਸ ਚੇਅਰਮੈਨ ਲੁਧਿਆਣਾ ਇੰਪਰੂਵਮੈਂਟ ਟਰਸਟ। ਜਦੋਂ ਉਹਨਾਂ ਨੇ ਐਫੀਡੇਵਿਟ ਅਲੋਂਗ ਵਿਦ ਆਬਜੈਕਸ਼ਨਸ ਦਿੱਤੇ ਸੀ, ਵਿੱਚ ਕਿਹਾ ਗਿਆ ਆ ਵੀ ਇਹ ਘਪਲਾ ਹੋਇਆ ਏ, ਟੁਡੇ ਹੋਮਸ ਨੇ ਸਟੇਟ ਐਕਸਚੇਕਰ ਨੂੰ ਲਾਸ ਪਹੁੰਚਾਇਆ, ਠੱਗੀ ਮਾਰੀ ਆ। ਇਟ ਇਜ਼ ਕਲੀਅਰ ਫਰੋਮ ਦੈਟ। ਅੰਮ੍ਰਿਤਸਰ ਦੇ ਸ਼ਿਵਾਲਾ ਰੋਡ ਉੱਤੇ ਕਪੂਰ ਹੋਟਲ 'ਚ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਇਲਾਕਾ ਨਿਵਾਸੀਆਂ ਦੀ ਸ਼ਿਕਾਇਤਾਂ ਨੇ ਨਾਰਕੋਟਿਕ ਸੈੱਲ ਨੇ ਹੋਟਲ 'ਚ ਰੇਡ ਕੀਤੀ ਤੇ ਮੌਕੇ ਤੇ 9 ਜੋੜਿਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਦੇ ਸ਼ਿਵਾਲਾ ਰੋਡ ਉੱਤੇ ਕਪੂਰ ਹੋਟਲ 'ਚ ਨਾਰਕੋਟਿਕ ਸੈੱਲ ਦੇ ਵੱਲੋਂ ਰੇਡ ਕੀਤੀ ਗਈ ਅਤੇ ਕਰੀਬ 9 ਜੋੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਕਾਫੀ ਦਿਨਾਂ ਤੋਂ ਆਸ-ਪਾਸ ਦੇ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ ਕਿ ਇੱਥੇ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ, ਜਿਸ ਦੇ ਚੱਲਦੇ ਜਿਵੇਂ ਹੀ ਪੁਲਿਸ ਨੇ ਉੱਥੇ ਰੇਡ ਕੀਤੀ ਤਾਂ ਕਰੀਬ 9 ਜੋੜੇ ਮੌਕੇ ਤੋਂ ਗ੍ਰਿਫਤਾਰ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਕਾਫੀ ਦਿਨਾਂ ਤੋਂ ਇੱਥੋਂ ਸ਼ਿਕਾਇਤਾਂ ਆ ਰਹੀਆਂ ਸੀ ਸਾਡੇ ਕੋਲ, ਉਹਨਾਂ ਨੂੰ ਵੇਖਦੇ ਹੋਏ ਅਸੀਂ ਇੱਥੇ ਰੇਡ ਕੀਤੀ ਹੈ ਤੇ ਕਰੀਬ 9 ਜੋੜੇ ਗ੍ਰਿਫਤਾਰ ਕੀਤੇ ਨੇ। ਪੁਲਿਸ ਦੇ ਮੁਤਾਬਿਕ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਪੁਲਿਸ ਦੇ ਮੁਤਾਬਿਕ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਇਹ ਕੁਝ ਲੜਕੀਆਂ ਨੇ, ਕੁਝ ਲੜਕੇ ਫੜੇ ਇੱਥੋਂ, ਕੋਈ ਇਨਫੋਰਮੇਸ਼ਨ ਨਹੀਂ ਪਈ ਇੱਥੇ ਸ਼ਾਇਦ ਨਜਾਇਜ਼ ਧੰਦਾ ਚੱਲਦਾ। 9 ਜੋੜੇ ਹਨ। ਹੋਟਲ ਕਿਹੜਾ? ਕਪੂਰ ਹੋਟਲ। ਜੋ ਕਾਨੂੰਨ ਮੁਤਾਬਕ ਬਣਦੀ ਹੋਈ ਕਾਰਵਾਈ ਕਰਾਂਗੇ ਇਹਨਾਂ ਦੇ ਖਿਲਾਫ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।